भाई जी नवी DD15 चलाਉਂਦੇ ਜਾਂ ਪੈਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519-622-0660 519-622-0660 QTL because we care. Quick Truck Lube. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 601764 ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ और हाँ सिंगल ते टीम्स दोनां नूं हायर करदे ने। वधेरे जानकारी लई कॉल 4034049501 4034049501 ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL because we care. Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90-day DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸ਼ਮਾਦਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸੋ ਹੁਣ ਅਸੀਂ ਅਗਲੇ ਹਿੱਸੇ ਵੱਲ ਪ੍ਰੋਗਰਾਮ ਦੇ ਅਗਲੇ ਹਿੱਸੇ ਵੱਲ ਵਧਾਂਗੇ, ਜਿਸ ਵਿੱਚ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਰਹਿਣਗੇ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ, ਜੋ ਕਿ ਸੀਨੀਅਰ ਪੱਤਰਕਾਰ ਹਨ ਅਤੇ ਖਬਰਾਂ ਦੀ ਪੜਚੋਲ ਕਰਦੇ ਹਨ ਅਤੇ ਉਹਨਾਂ ਦੇ ਪਿੱਛੇ ਵਾਲੀ ਜੋ ਸੱਚਾਈ ਹੈ ਉਹ ਸਾਡੇ ਸਾਹਮਣੇ ਲੈ ਕੇ ਆਉਂਦੇ ਹਨ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਬਖਤੌਰ ਸਿੰਘ ਢਿੱਲੋਂ ਜੀ ਦਾ। ਸੋ ਢਿੱਲੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ
ਦੇ ਵਿੱਚ। ਸ਼ੁਕਰੀਆ ਜੀ, ਮਿਹਰਬਾਨੀ ਜੀ। ਸੋ ਇਸ ਤੋਂ ਪਹਿਲਾਂ ਕਿ ਆਪਾਂ ਅਸੀਂ ਵਧਾਂਗੇ ਹੁਣ ਖਬਰਾਂ ਦੀ ਪੜਚੋਲ ਦੇ ਵੱਲ। ਤੇ ਖਬਰ ਹੈ ਜੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਕਾਂਗਰਸ ਪਾਰਟੀ ਖੰਨਾ ਜੰਗੀ ਇਹਨਾਂ ਦੀ ਜਿਹੜੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਲਗਾਤਾਰ ਕਦੇ ਬਿਆਨ ਆਉਂਦੇ ਆ, ਕਦੇ ਟਵੀਟ ਹੁੰਦੇ ਆ। ਸੋ ਮਸਲਾ ਇਹ ਲਗਾਤਾਰ ਲਮਕਦਾ ਜਾ ਰਿਹਾ। ਕੀ ਹੈ ਜੀ ਗੱਲਬਾਤ, ਕਿਉਂ ਨਹੀਂ ਇਹ ਰੁਕ ਰਿਹਾ ਮਸਲਾ? ਮਸਲਾ ਇਸ ਕਰਕੇ ਨਹੀਂ ਰੁਕ ਰਿਹਾ ਕਿਉਂਕਿ ਦੋ ਧਿਰਾਂ ਦਰਮਿਆਨ ਝਗੜਾ ਚੱਲਦਾ ਹੈ ਜੀ। ਤੇ ਝਗੜੇ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਜਿਹੜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੈ ਜੀ, ਉਹ ਕੋਈ ਅਹਿਮ ਸਾਰਥਕ ਭੂਮਿਕਾ ਨਿਭਾਉਣ ਦੀ ਬਜਾਏ ਇੱਕ ਦਰਸ਼ਕ ਦੇ ਰੂਪ ਦੇ ਵਿੱਚ ਖੜੀ ਹੈ। ਜੀ ਜਿਵੇਂ ਪਾਸੇ ਖੜ ਕੇ ਕੋਈ ਬੰਦਾ ਤਮਾਸ਼ਾ ਦੇਖਦਾ ਹੁੰਦਾ ਹੈ। ਜੀ, ਮਦਾਰੀ ਦਾ ਆਪਾਂ ਦੇਖਿਆ ਕਿ ਛੋਟੇ ਛੋਟੇ ਜਦੋਂ ਹੁੰਦੇ ਸੀ ਮਦਾਰੀ ਖੇੜਾ ਪਾਉਂਦੇ ਹੁੰਦੇ ਸੀ ਬਿਲਕੁਲ ਜੀ। ਤੇ ਦਰਸ਼ਕ ਪਾਸੇ ਖੜ ਕੇ ਦੇਖਦੇ ਹੁੰਦੇ ਸੀ। ਉਹੀ ਗੱਲ ਕਾਂਗਰਸ ਦੀ ਹਾਈ ਕਮਾਂਡ ਦੀ ਹੈ ਜੀ, ਕਿਉਂਕਿ ਜਿਸ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਵਿਰੋਧੀਆਂ ਦੇ ਵਿੱਚ ਝਗੜਾ ਸ਼ੁਰੂ ਹੋਇਆ ਹੈ ਜੀ, ਉਹਨੂੰ ਅਸੀਂ ਦੋ ਤਿੰਨ ਹਿੱਸਿਆਂ 'ਚ ਵੰਡ ਸਕਦੇ ਹਾਂ। ਜੀ, ਇੱਕ ਤਾਂ ਉਹ ਹੈ ਕਿ ਜਿਹੜੇ ਰੀਅਲ ਬੰਦੇ ਜਿਨ੍ਹਾਂ ਦੀਆਂ ਆਪਣੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਸੀਟਾਂ ਉਹ ਪ੍ਰਭਾਵਿਤ ਹੁੰਦੀਆਂ ਤੇ ਜਿਨ੍ਹਾਂ ਦਾ ਸਿੱਖੀ ਦੇ ਵਿੱਚ ਵਿਸ਼ਵਾਸ ਆ, ਉਹ ਲੋਕ ਆਉਂਦੇ। ਇੱਕ ਉਹ ਲੋਕ ਹੈ ਜਿਹੜੇ ਕਹਿੰਦੇ ਵੀ ਉੱਤਰ ਕਾਟੋ ਮੈਂ ਚੜਾ। ਕੈਪਟਨ ਸਾਹਿਬ ਤੁਸੀਂ ਪਿਛਲੀ ਵਾਰੀ ਇਹ ਗੱਲ ਕਹੀ ਸੀ ਕਿ ਮੈਂ ਮੁੜ ਕੇ ਇਲੈਕਸ਼ਨ ਨਹੀਂ ਲੜਦਾ, ਇਹ ਮੇਰੀ ਲਾਸਟ ਇਲੈਕਸ਼ਨ ਹੈ ਤੇ ਐਤਕੀ ਵਾਰੀ ਸਾਨੂੰ ਦਿਓ। ਸੋ ਜੇ ਅਸੀਂ ਦੇਖੀਏ ਇਹਦੇ 'ਚ ਪਹਿਲੀ ਧਿਰ ਆਉਂਦੀ ਹੈ ਸੁਖਜਿੰਦਰ ਸਿੰਘ ਰੰਧਾਵਾ ਜੀ। ਸੁਖਜਿੰਦਰ ਸਿੰਘ ਰੰਧਾਵਾ ਪਹਿਲੀ ਧਿਰ ਇਸ ਕਰਕੇ ਆਉਂਦੀ ਹੈ ਕਿਉਂਕਿ ਇਸ ਵੇਲੇ ਸੈਂਟਰ ਸਟੇਜ ਦੇ ਵਿੱਚ ਉਹ ਹੈ। ਕਿਸੇ ਜ਼ਮਾਨੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ 2017 ਤੋਂ ਪਹਿਲਾਂ ਉਹ ਸਿੱਖ ਮੁੱਦਾ ਲੈ ਕੇ, ਸਿੱਖ ਏਜੰਡਾ ਲੈ ਕੇ ਲੋਕਾਂ ਸਾਹਮਣੇ ਆਏ ਸੀ। ਬਿਲਕੁਲ ਜੀ। ਕਿਉਂਕਿ ਉਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ। ਬਹੁਤ ਵੱਡਾ ਮੁੱਦਾ ਸੀ। ਹਾਂ, ਉਸੇ ਸਮੇਂ ਦੌਰਾਨ ਹੀ ਜੀ ਜਿਹੜਾ ਕੋਟਕਪੂਰਾ ਤੇ ਬਾਈਬਲ ਕਲਾਂ ਦੇ ਵਿੱਚ ਗੋਲੀ ਚੱਲੀ ਸੀਗੀ ਜੀ। ਇਸ ਕਰਕੇ ਉਹਨਾਂ ਨੇ ਇਹ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਕਿ ਅਸੀਂ ਬੇਅਦਬੀ ਕਰਨ ਵਾਲਿਆਂ ਨੂੰ ਵੀ ਸਜ਼ਾ ਦੇਵਾਂਗੇ ਜੀ, ਔਰ ਜਿਨ੍ਹਾਂ ਨੇ ਬੇਅਦਬੀ ਕਰਵਾਈ ਹੈ ਉਹਨਾਂ ਨੂੰ ਵੀ ਸਜ਼ਾ ਦੇਵਾਂਗੇ ਜੀ। ਜਿਨ੍ਹਾਂ ਲੋਕਾਂ ਨੇ ਪੁਰ ਅਮਨ ਅੰਦੋਲਨਕਾਰੀਆਂ ਦੇ ਉੱਤੇ ਗੋਲੀਆਂ ਚਲਾਈਆਂ, ਲਾਠੀਆਂ ਭਰਾਈਆਂ, ਉਹਨਾਂ ਨੂੰ ਵੀ ਸਜ਼ਾਵਾਂ ਦੇਵਾਂਗੇ ਜੀ। ਸਰਕਾਰ ਦੇ 4 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਔਰ ਇਹਨਾਂ 4 ਸਾਲਾਂ ਦੇ ਵਿੱਚ ਜੋ ਲੋਕਾਂ ਦੀਆਂ ਆਸਾਂ ਉਮੰਗਾਂ ਸੀ ਉਹ ਪੂਰੀਆਂ ਨਹੀਂ ਉਤਰੀਆਂ ਜੀ। ਇਸ ਮੁੱਦੇ ਨੂੰ ਲੈ ਕੇ ਜਿਨ੍ਹਾਂ ਲੋਕਾਂ ਨੇ ਬਰਗਾੜੀ 'ਚ ਜਾ ਕੇ ਅੰਦੋਲਨਕਾਰੀਆਂ ਨੂੰ ਮਨਾਇਆ ਸੀ ਉਹਨਾਂ ਦੇ ਵਿੱਚ 2 ਵਜ਼ੀਰ ਸੀ ਜੀ। ਇੱਕ ਸੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹਿਲਾਂ ਹੀ ਜਥੇਦਾਰ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲਾ, ਹੋਰ ਜਿਹੜੇ ਲੀਡਰ ਹੈ ਮੋਰਚੇ ਦੇ, ਉਹਨਾਂ ਦੇ ਨਾਲ ਸੰਪਰਕ ਸੀ, ਉਹਨਾਂ ਨਾਲ ਗੱਲਬਾਤ ਕਰਦੇ ਹੁੰਦੇ ਸੀ ਔਰ ਕੈਪਟਨ ਅਮਰਿੰਦਰ ਸਿੰਘ ਦੀ ਜੇਰੇ ਨਿਗਰਾਨੀ ਇਹ ਸਾਰਾ ਕੁਝ ਹੋ ਰਿਹਾ ਸੀ, ਉਹਨਾਂ ਦੇ ਧਿਆਨ ਦੇ ਵਿੱਚ ਸੀ ਜੀ। ਸੋ ਜਦੋਂ ਇਹ ਮੌਕਾ ਆਇਆ ਕਿ ਤੁਸੀਂ ਜਾਓ ਤੇ ਉਹਨਾਂ ਨੂੰ ਜਾ ਕੇ ਉਠਾਓ, ਆਪਣਾ ਅੰਦੋਲਨ ਖਤਮ ਕਰ ਦੇਣ ਤੇ ਆਪਾਂ ਸਜ਼ਾਵਾਂ ਦੇਵਾਂਗੇ, ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰਦੇ ਹਾਂ ਜੀ। ਉਸ ਵੇਲੇ ਜਿਹੜੇ ਲੋਕ ਬਰਗਾੜੀ ਗਏ ਸੀ ਉਹਨਾਂ ਦੇ ਵਿੱਚ ਇੱਕ ਸੁਖਜਿੰਦਰ ਸਿੰਘ ਰੰਧਾਵਾ ਵੀ ਸੀ ਜੀ। ਔਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਨੇ ਭੇਜਿਆ ਸੀ ਤੇ ਉਹਨੇ ਕਿਹਾ ਸੀ ਕਿ ਪ੍ਰੋਮਿਸ ਕਰੋ ਤੇ ਅਸੀਂ ਉਹਨਾਂ ਦਾ ਪ੍ਰੋਮਿਸ ਜਿਹੜੇ ਹੈਗੇ ਉਹਨਾਂ ਨੂੰ ਤੇ ਪੂਰਾ ਅਮਲ ਕਰਾਂਗੇ ਜੀ। ਉਹ ਕਹਿੰਦੇ ਅਸੀਂ ਗਏ ਆ, ਜਾ ਕੇ ਉਹਨਾਂ ਨੂੰ ਉਠਾਇਆ। ਲੇਕਿਨ ਹੋਇਆ ਇਹ ਕਿ ਜਦੋਂ ਸਿੱਖ ਪ੍ਰਚਾਰਕ ਜੀ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਆਸਥਾ ਹੈ, ਇੱਕ ਦਿਨ ਅਚਨਚੇਤ ਉਹ ਕਹਿੰਦੇ ਵੀ ਮੇਰੇ ਘਰ ਦੇ ਅੱਗੇ ਚਲੇ ਗਏ ਤੇ ਮੇਰੇ ਘਰ ਦੇ ਅੱਗੇ ਜਾ ਕੇ ਉਹਨਾਂ ਨੇ ਜਦੋਂ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਇੱਕ ਉਹ ਸ਼ਬਦ ਪੜ੍ਹਿਆ, ਕੁੱਤਾ ਰਾਜ ਬਹਾਈਏ। ਇਹਦੇ ਨਾਲ ਉਹ ਕਹਿੰਦੇ ਵੀ ਮੇਰੀਆਂ ਭਾਵਨਾਵਾਂ ਜਿਹੜੀਆਂ ਕਾਫੀ ਇੰਜਰਡ ਹੋਈਆਂ ਔਰ ਮੈਨੂੰ ਅਹਿਸਾਸ ਹੋਇਆ ਕਿ ਗੱਲ ਗਲਤ ਹੋ ਗਈ ਤੇ ਮੈਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਕਹਿ ਦਿੱਤੀਆਂ ਸੀ ਜੀ। ਪਿਛਲੇ ਦਿਨਾਂ ਦੇ ਵਿੱਚ ਕੈਬਨਿਟ ਦੀ ਇੱਕ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਕਿਉਂਕਿ ਬੇਅਦਬੀ ਦੇ ਮਾਮਲੇ ਤੇ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਸੀ, ਉਸ ਫੈਸਲੇ ਤੋਂ ਸਾਰੀਆਂ ਧਿਰਾਂ ਨਾਰਾਜ਼ ਸੀ, ਖਾਸ ਕਰਕੇ ਕਾਂਗਰਸ ਪਾਰਟੀ ਦੀਆਂ ਅੰਦਰਲੀਆਂ ਧਿਰਾਂ ਜਿਨ੍ਹਾਂ ਨੂੰ ਦਿਖਦਾ ਸੀ ਕਿ ਸਾਡਾ ਜਿਹੜਾ 2022 ਵਾਲਾ ਸੁਪਨਾ ਪੂਰਾ ਨਹੀਂ ਹੋਣਾ ਜੀ। ਉਹਨਾਂ ਨੇ ਜਦੋਂ ਇਹ ਸੀ ਤਿਆਰੀ ਸੀ, ਇੰਟੈਲੀਜੈਂਸ ਦੀਆਂ ਰਿਪੋਰਟਾਂ ਮਿਲ ਗਈਆਂ ਸੀ ਚੀਫ ਮਿਨਿਸਟਰ ਨੂੰ ਕਿ ਉਹ ਲੋਕ ਇਸੇ ਕਿੰਤੂ ਪ੍ਰੰਤੂ ਕਰਨਗੇ ਜੀ। ਸੋ ਬਹਿੰਦਾ ਸਾਰੀ ਚੀਫ ਮਿਨਿਸਟਰ ਨੇ ਕਿਹਾ ਕਿ ਡਿਫੈਂਡ ਕਰਨ ਦੀ ਬਜਾਏ ਕੁਝ ਲੋਕ ਜਿਹੜੇ ਹੈਗੇ ਸਾਡੇ ਕੁਝ ਵਜ਼ੀਰ ਹੈ ਜਿਹੜੇ ਉਹ ਸਰਕਾਰ ਨੂੰ ਹੀ ਕ੍ਰਿਟੀਸਾਈਜ਼ ਕਰਦੇ ਜੀ। ਤਾਂ ਇਹਦੇ ਤੇ ਜਿਹੜੇ ਮਿਸਟਰ ਰੰਧਾਵਾ ਹੈ ਉੱਠ ਕੇ ਖੜੇ ਹੋ ਗਏ। ਉਹਨਾਂ ਨੇ ਕਿਹਾ ਜੀ ਟੀਵੀ ਚੈਨਲ ਨਾਲ ਸਿਰਫ ਮੈਂ ਇੰਟਰਵਿਊ ਕੀਤੀ ਹੈ, ਮੈਂ ਉਹਨਾਂ ਨੂੰ ਇੰਟਰਵਿਊ ਦਿੱਤੀ ਹੈ ਆਪਣੀ, ਜੇ ਤੁਹਾਨੂੰ ਇਹ ਲੱਗਦਾ ਕਿ ਮੈਂ ਕੋਈ ਇਤਰਾਜ਼ਯੋਗ ਗੱਲ ਕੀਤੀ ਹੈ ਤੇ ਆ ਚੱਕੋ ਮੇਰਾ ਅਸਤੀਫਾ ਤੇ ਮੈਂ ਚੱਲਿਆ ਜੀ। ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਫੜਿਆ ਤੇ ਅਸਤੀਫਾ ਫਾੜਤਾ। ਮਗਰੇ ਹੀ ਸੁਨੀਲ ਜਾਖੜ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਸਤੀਫਾ ਉਹਨਾਂ ਨੇ ਦਿੱਤਾ, ਉਹ ਅਸਤੀਫਾ ਵੀ ਫਾੜਤਾ
ਜੀ ਉਸ ਤੋਂ ਬਾਅਦ ਉਹ ਲਗਾਤਾਰ ਜਿਹੜਾ ਪਹਿਲੀ ਮੀਟਿੰਗ ਦੇ ਵਿੱਚ ਨਹੀਂ ਗਿਆ, ਬਾਕੀ ਮੀਟਿੰਗਾਂ 'ਚ ਗਿਆ, ਲੇਕਿਨ ਸੁਖਜਿੰਦਰ ਸਿੰਘ ਰੰਧਾਵਾ ਪੱਕੇ ਪੈਰੀ ਰਿਹਾ ਕਿ ਇਹ ਗੱਲ ਲੈ ਕੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਤੇ ਉਹ ਤੋਂ ਬਾਅਦ ਜਿਹੜਾ ਘਟਨਾਕ੍ਰਮ ਵਾਪਰਿਆ ਉਹਦੇ ਸੰਬੰਧ ਵਿੱਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਉਹਦੀ ਇੱਕੋ ਹੀ ਮੰਗ ਹੈ ਜੀ। ਔਰ ਨਾਲ ਉਹਨੇ ਦੂਜੀ ਮੰਗ ਇਹ ਜੋੜੀ ਹੈ ਕਿ ਜਿਹੜੀ 6000 ਕਰੋੜ ਰੁਪਏ ਦਾ ਡਰੱਗ ਰੈਕਟ ਸੀ ਉਹਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਇੱਕ ਰਿਪੋਰਟ ਆਈ ਹੈ ਉਸ ਰਿਪੋਰਟ ਨੂੰ ਵੀ ਜਨਤਕ ਕੀਤਾ ਜਾਵੇ ਤੇ ਉਹਦੇ ਮੁਤਾਬਕ ਕੰਮ ਕੀਤਾ ਜਾਵੇ ਜੀ। ਅਗਲੀ ਗੱਲ ਉਹ ਕਹਿੰਦੇ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ, ਉਹ ਮੇਰੇ ਮੁੱਖ ਮੰਤਰੀ ਹੈ, ਮੈਂ ਮੁੱਖ ਮੰਤਰੀ ਨੂੰ ਚੇਂਜ ਨਹੀਂ ਕਰਨਾ ਚਾਹੁੰਦਾ, ਮੈਂ ਤਾਂ ਆਪਣੀਆਂ ਮੰਗਾਂ ਮਨਵਾਉਣਾ ਚਾਹੁੰਦਾ। ਇੱਕ ਧਿਰ ਤਾਂ ਉਹ ਹੈ ਜੀ। ਦੂਸਰੀ ਧਿਰ ਉਹ ਹੈ ਜਿਵੇਂ ਹੁਣ ਨਵਜੋਤ ਸਿੰਘ ਸਿੱਧੂ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਕਿ ਜੇ ਕੈਪਟਨ ਅਮਰਿੰਦਰ ਸਿੰਘ ਚੋਣ ਲੜਦਾ ਹੈ ਤਾਂ ਫਿਰ ਮੇਰਾ ਜਿਹੜਾ ਹੈਗਾ ਉਹ ਅਗਲੀ ਵਾਰੀ ਚੀਫ ਮਿਨਿਸਟਰ ਬਣਨ ਦਾ ਵਾਅਦਾ ਪੂਰਾ ਨਾ ਹੋਵੇ ਜੀ। ਉਹ ਵੀ ਇਹੀ ਮੁੱਦਾ ਲਗਾਤਾਰ ਉਹ ਜਿਹੜੇ ਹੈਗੇ ਉਠਾਉਂਦੇ ਹੈ, ਲੇਕਿਨ ਉਹ ਮੁੱਦਾ ਉਸ ਤਰ੍ਹਾਂ ਨਹੀਂ ਉਠਾਉਂਦੇ ਜਿਵੇਂ ਇਹ ਉਠਾਉਂਦੇ ਹੈ ਬਾਜਵਾ ਆਪਣਾ ਰੰਧਾਵਾ ਸਾਹਿਬ ਉਠਾਉਂਦੇ, ਉਹ ਟਵੀਟ ਰਾਹੀਂ ਗੱਲ ਕਰਦੇ। ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਅੰਦਰਲੇ ਜਿਹੜੇ ਟਕਸਾਲੀ ਕਾਂਗਰਸੀ ਹੈ ਜੀ ਉਹਨਾਂ ਦਾ ਜਿਹੜਾ ਹੈਗਾ ਇਸ ਵੇਲੇ ਝੁਕਾਅ ਉਹ ਮਿਸਟਰ ਰੰਧਾਵਾ ਵਾਲਾ ਤੇ ਰੰਧਾਵਾ ਦੇ ਆਲੇ ਦੁਆਲੇ ਜੁੜਦੇ ਹੈ ਜੀ। ਸੋ ਚਰਨਜੀਤ ਸਿੰਘ ਚੰਨੀ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਉਹ ਵੀ ਆਪਣੇ ਆਪ ਨੂੰ ਟਕਸਾਲੀ ਕਹਾਉਂਦਾ ਹੈ। ਪ੍ਰਤਾਪ ਸਿੰਘ ਬਾਜਵਾ ਵੀ ਟਕਸਾਲੀ ਹੈ ਔਰ ਟਕਸਾਲੀ ਰਵਨੀਤ ਸਿੰਘ ਬਿੱਟੂ ਵੀ ਹੈ, ਰਾਜਾ ਵੜਿੰਗ ਵੀ ਹੈ। ਸਾਰੇ ਦੇ ਸਾਰੇ ਉਹ ਲੋਕ ਹੈ ਜਿਹੜੇ ਬਹੁਤ ਪੁਰਾਣੇ ਕਾਂਗਰਸ ਨਾਲ ਜੁੜੇ ਹੈ। ਸੋ ਚੰਨੀ ਦੇ ਖਿਲਾਫ ਵੀ ਮੀਟੂ ਵਾਲਾ ਇੱਕ ਮਾਮਲਾ ਪੁਰਾਣਾ 3 ਸਾਲਾ ਪੁਰਾਣਾ ਮਾਮਲਾ ਜਿਹੜਾ ਹੈਗਾ ਉਹ ਖੜਾ ਹੋ ਗਿਆ। ਇਹਦੇ ਚੱਲਦਿਆਂ ਪਿਛਲੇ ਦਿਨਾਂ ਦੇ ਵਿੱਚ ਚੰਨੀ ਦੇ ਘਰ ਵੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਰੰਧਾਵਾ ਸਾਹਿਬ ਬੋਲੇ ਸੀ, ਆਪਾਂ ਨੂੰ ਡਿਸਕਸ ਕੀਤਾ ਵੀ ਹੈ, ਬਾਹਰ ਆ ਕੇ ਵੀ ਉਹਨਾਂ ਨੇ ਮੀਡੀਆ ਨੂੰ ਬਰੀਫ ਕੀਤਾ ਸੀ। ਉਹ ਤੋਂ ਬਾਅਦ ਥੋੜ੍ਹਾ ਜਿਹਾ ਇਹ ਲੱਗਦਾ ਸੀ ਕਿ ਠੰਡ ਠਰਮਾ ਹੋ ਗਿਆ ਜੀ। ਹਾਈ ਕਮਾਂਡ ਨੇ ਖਾਸ ਕਰਕੇ ਹਰੀਸ਼ ਰਾਵਤ ਨੇ ਸਾਰੀਆਂ ਧਿਰਾਂ ਨੂੰ ਟੈਲੀਫੋਨ ਕਰਕੇ ਕਿਹਾ ਸੀ ਕਿ ਸੀਜ਼ ਫਾਇਰ ਕਰ ਦਿਓ, ਲੇਕਿਨ ਉਹ ਸੀਜ਼ ਫਾਇਰ ਜਿਹੜਾ ਹੈਗਾ ਦੇਖਣ ਨੂੰ ਤਾਂ ਆਪਾਂ ਨੂੰ ਲੱਗਦਾ ਕਿ ਹੋ ਗਿਆ, ਅੰਦਰ ਖਾਤੇ ਜਿਹੜੀ ਹੈਗੀ ਅੱਗ ਉਵੇਂ ਦੀ ਉਵੇਂ ਸੁਲਝ ਰਹੀ ਹੈ। ਉਹਦਾ ਪਹਿਲਾ ਸਬੂਤ ਇਹ ਮਿਲਦਾ ਕਿ ਮਿਸਟਰ ਚੰਨੀ ਉਹਨਾਂ ਨੇ ਆਪਣੀ ਜਿਹੜੀ ਹੈਗੀ ਫੇਸਬੁੱਕ ਹੈ ਜਿਹੜੀ ਉਹਨਾਂ ਦੀ ਆਈਡੀ ਹੈ, ਉਸ ਆਈਡੀ ਦੇ ਤੋਂ ਜਿਹੜੀ ਹੈਗੀ ਤਸਵੀਰ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਉਹਨਾਂ ਦੀ ਉਹ ਤਸਵੀਰ ਹਟਾਤੀ। ਉਸ ਤਸਵੀਰ ਦੇ ਵਿੱਚ ਲਿਖਿਆ ਹੋਇਆ ਕੀ ਸੀ, ਉਹਦੇ ਥੱਲੇ ਇੱਕ ਲਿਖਿਆ ਸੀ, ਲਾਈਨ ਲਿਖੀ ਸੀ 2022 ਦਾ ਕਪਤਾਨ, ਕਿ 2022 ਦੇ ਵਿੱਚ ਵੀ ਸਾਡਾ ਲੀਡਰ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਹੋਊਗਾ। ਸੋ ਉਹਨੇ ਹੁਣ ਉਹ ਤਾਂ ਹਟਾਤੀ ਹੈ। ਉਹ ਹਟਾਉਣ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਕਹਿੰਦੇ ਆ ਹੁਣ ਖਬਰਾਂ ਇਹ ਲੱਗੀਆਂ ਹੋਈਆਂ ਕਿ ਕੱਲ੍ਹ ਆਪਣੀ ਪ੍ਰਿੰਕਾ ਗਾਂਧੀ ਵਾਡਰਾ ਦਾ ਵੀ ਟੈਲੀਫੋਨ ਕੈਪਟਨ ਅਮਰਿੰਦਰ ਸਿੰਘ ਨੂੰ ਆਇਆ ਸੀ। ਇਹ ਵੀ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਜਿਹੜਾ ਪੂਰਾ ਜਿਹੜਾ ਆਪਣਾ ਹੋਮਵਰਕ ਕਰੀ ਜਾਂਦਾ ਹੈ ਔਰ ਉਹ ਵੀ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਸੂਚਨਾਵਾਂ ਉੱਪਰ ਭੇਜ ਰਹੇ। ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਇਹ ਹੈ ਕਿ ਸ਼ਾਇਦ ਸ਼ਨੀਵਾਰ ਤੱਕ ਮਿਸਟਰ ਰਾਵਤ ਇੱਥੇ ਆਉਣਗੇ, ਹਰੀਸ਼ ਰਾਵਤ, ਔਰ ਉਹ ਫਿਰ ਸਾਰਿਆਂ ਦੀਆਂ ਧਿਰਾਂ ਨਾਲ ਗੱਲ ਕਰਨਗੇ। ਪਤਾ ਇਹ ਲੱਗਿਆ ਵੀ ਕਿ ਕੈਪਟਨ ਅਮਰਿੰਦਰ ਸਿੰਘ ਬੋਲਦਾ ਘੱਟ ਹੈ ਇਸ ਵੇਲੇ, ਕਿਉਂਕਿ ਸ਼ੁਰੂ 'ਚ ਉਹਨੇ ਬੋਲ ਕੇ ਆਪਦਾ ਕੰਮ ਖਰਾਬ ਕੀਤਾ ਸੀ, ਬੋਲਦਾ ਘੱਟ ਹੈ, ਲੇਕਿਨ ਤਿਆਰੀ ਉਹਦੀ ਪੂਰੀ ਹੋ ਰਹੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਉਹ ਸਟਰਾਈਕ ਜਿਹੜੀ ਹੈ ਸਰਜੀਕਲ ਸਟਰਾਈਕ ਹੈ ਉਹ ਕਰੂਗਾ ਵਿਰੋਧੀ ਧਿਰਾਂ ਦੇ ਉੱਤੇ। ਸੋ ਲੱਗਦਾ ਵੇਖਣ ਨੂੰ ਉੱਪਰੋਂ ਪਰ ਇਉਂ ਲੱਗਦਾ ਵੀ ਸਭ ਕੁਝ ਠੀਕ ਠਾਕ ਹੈ, ਲੇਕਿਨ ਸਾਰਾ ਕੁਝ ਠੀਕ ਠਾਕ ਨਹੀਂ। ਕਾਂਗਰਸ ਪਾਰਟੀ ਦੇ ਅੰਦਰ ਅਜੇ ਵੀ ਅੱਗ ਸੁਲਗ ਰਹੀ ਹੈ ਜੀ। ਸੋ ਜੇ ਆਪਾਂ ਕਹੀਏ ਕਿ ਖੁੰਡੇ ਵਾਲਾ ਕੈਪਟਨ ਜਿਹੜਾ ਪਹਿਲਾਂ ਅਕਸਰ ਕਿਹਾ ਜਾਂਦਾ ਸੀਗਾ, ਉਹ ਖੁੰਡੇ ਵਾਲਾ ਕੈਪਟਨ ਹੁਣ ਆਪਦੀ ਪਾਰਟੀ ਦੇ ਵਿੱਚ ਹੀ ਖੁੰਡਾ ਚਲਾਉਣ ਦੇ ਲਈ ਤਿਆਰ ਹੈ, ਹੀ ਇੱਦਾਂ ਦਾ ਹੀ ਕੁਝ ਹਾਲਾਤ ਬਣ ਰਹੇ ਨੇ। ਨਹੀਂ, ਉਹ ਖੂੰਡੇ ਵਾਲਾ ਕੈਪਟਨ ਜਿਹੜਾ ਇਹ ਸੀ ਉਸ ਵੇਲੇ ਤਾਂ ਸੀ ਕਿ ਵਿਰੋਧੀਆਂ ਤੇ ਖੂੰਡਾ ਚਲਾਊਗਾ, ਲੇਕਿਨ ਕਿਉਂਕਿ ਕਈ ਵਾਰੀ ਜਿਹੜਾ ਖੂੰਡਾ ਚਲਾਉਣ ਵਾਲਾ ਬੰਦਾ ਹੁੰਦਾ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਜਾਂਦੀ ਹੈ ਉਹਦੇ ਵਿੱਚ ਉਹ ਹੌਸਲਾ ਨਹੀਂ ਰਹਿੰਦਾ, ਉਹਦੇ ਵਿੱਚ ਉਹ ਐਨਰਜੀ ਨਹੀਂ ਰਹਿੰਦੀ ਜੀ। ਲੇਕਿਨ ਇਹਨਾਂ ਦਿਨਾਂ 'ਚ ਜੇ ਆਪਾਂ ਦੇਖੀਏ ਜਿਵੇਂ ਜਿਵੇਂ ਕਾਂਗਰਸ ਪਾਰਟੀ ਦੇ ਅੰਦਰੋਂ ਪ੍ਰੈਸ਼ਰ ਬਿਲਡ ਹੋਇਆ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਬੇਅਦਬੀ ਨਾਲ ਸੰਬੰਧਿਤ ਤੇ ਸਾਰੀਆਂ ਦੂਜੀਆਂ ਜਿਹੜੀਆਂ 3 ਸਿੱਟਾਂ ਬਣੀਆਂ ਹੋਈਆਂ, ਇੱਕ ਬੇਅਦਬੀ ਨਾਲ ਸੰਬੰਧਿਤ ਹੈ, 2 ਜਿਹੜੀਆਂ ਗੋਲੀ ਕਾਂਡਾਂ ਨਾਲ ਸੰਬੰਧਿਤ ਹੈ, ਉਹਨਾਂ ਨੂੰ ਕਹਿੰਦੇ ਐਕਟੀਵੇਟ ਕੀਤਾ ਹੈ। ਉਹਨਾਂ ਨੂੰ ਕਿਹਾ ਕਿ ਜਲਦੀ ਜਲਦੀ ਰਿਪੋਰਟਾਂ ਤਿਆਰ ਕਰੋ, ਹੋ ਸਕਦਾ ਹੈ ਕਿ ਇਹ ਰਿਪੋਰਟਾਂ ਜਿਹੜੀਆਂ ਅਗਲੇ 1-1.5 ਮਹੀਨੇ 'ਚ ਆ ਜਾਣ। ਉਮੀਦ ਇਹ ਵੀ ਹੈਗੀ ਹੈ ਕਿ ਜਿਹੜਾ ਡਰੱਗ ਕੇਸ ਹੈ ਉਹ ਵੀ ਖੋਲ੍ਹਿਆ ਜਾਵੇ ਤੇ ਇੱਕ ਅੱਧੇ ਅਕਾਲੀ ਲੀਡਰ ਨੂੰ ਉਹਦੇ ਵਿੱਚ ਵੀ ਚੁਣਿਆ ਜਾਵੇ। ਸੋ ਜੇ ਲੋਕਾਂ ਦੇ ਵਿੱਚ ਜਾਣਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਖੂੰਡਾ ਵਿਰੋਧੀਆਂ ਤੇ ਵੀ ਖੜਕਾਉਣਾ ਪੈਣਾ। ਆਪਣੀ ਕਮਾਂਡ ਨੂੰ ਬਰਕਰਾਰ ਰੱਖਣ ਵਾਸਤੇ ਇਹ ਵੀ ਨਹੀਂ ਕਿ ਇੰਨੀ ਜ਼ਿਆਦਾ ਵੀ ਉਹ ਢਿੱਲ ਦੇ ਦੂਗਾ ਕਿ ਜਿਹੜੀ ਹੈ ਡਿਸਿਪਲਿਨ ਦੀਆਂ ਧੱਜੀਆਂ ਉੱਠ ਜਾਣ। ਸੋ ਉਹ ਅੰਦਰ ਵੀ ਕਿਸੇ ਹੱਦ ਤੱਕ ਉਹ ਖੂੰਡਾ ਤਾਂ ਨਹੀਂ ਕਵਾਂਗੇ ਆਪਾਂ, ਮਾੜੀ ਮੋਟੀ ਮਤਲਬ ਜਿਹੜੀ ਹੈ ਛੇੜਛਾੜ ਜ਼ਰੂਰ, ਦਬਕਾ ਜ਼ਰੂਰ ਮਾਰੂਗਾ ਜੀ। ਸੋ ਇਹ ਤਾਂ ਹੋਈ ਜੀ ਪੰਜਾਬ ਦੀ ਗੱਲ। ਹੁਣ ਚੱਲਾਂਗੇ ਦੇਸ਼ ਦੀ ਰਾਜਧਾਨੀ ਵੱਲ। ਸੋ ਦੇਸ਼ ਦੀ ਰਾਜਧਾਨੀ ਜਿੱਥੋਂ ਕਿ ਆਮ ਆਦਮੀ ਪਾਰਟੀ ਦੂਜੀ ਵਾਰੀ ਵੱਡੀ ਬਹੁਮਤ ਦੇ ਨਾਲ ਸਰਕਾਰ ਬਣਾ ਚੁੱਕੀ ਹੈ, ਵੈਸੇ ਤਾਂ 3 ਵਾਰੀ ਕਹਿਣਾ ਬਣਦਾ ਹੈ। ਸੋ ਕੇਜਰੀਵਾਲ ਉਹਨਾਂ ਵੱਲੋਂ ਸਿੰਗਾਪੁਰ ਬਾਰੇ ਕੁਝ ਬਿਆਨ ਦਿੱਤਾ ਗਿਆ ਹੈ। ਸੋ ਕੀ ਹੈ ਉਹ ਬਿਆਨ ਤੇ ਕੀ ਹੈ ਜੀ ਇਹ ਮਸਲਾ?
ਅਸਲ ਦੇ ਵਿੱਚ ਇਹ ਹੈ ਕਿ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਰੋਨਾ ਵਾਇਰਸ ਦਾ ਜਿਹੜਾ ਇੰਡੀਅਨ ਵੇਰੀਐਂਟ ਆਇਆ ਜੀ ਉਹ ਤੋਂ ਬਾਅਦ ਕਈ ਦੇਸ਼ਾਂ ਨੇ ਭਾਰਤ ਦੀਆਂ ਉਡਾਣਾਂ ਦੇ ਉੱਤੇ ਪਾਬੰਦੀ ਲਾਤੀ ਸੀ ਜੀ ਖਾਸ ਕਰ ਜੇ ਅਸੀਂ ਦੇਖੀਏ ਆਸਟ੍ਰੇਲੀਆ, ਨਿਊਜ਼ੀਲੈਂਡ, UK, ਜੀ ਯੂਨਾਈਟਿਡ ਕਿੰਗਡਮ ਜਿਹਨੂੰ ਆਪਾਂ ਇੰਗਲੈਂਡ ਕਹਿੰਦੇ ਨੇ, ਉਹਨਾਂ ਨੇ ਪਾਬੰਦੀ ਲਾਤੀ ਸੀ। ਉਹਨਾਂ ਨੇ ਇਸ ਕਰਕੇ ਕਿਉਂਕਿ ਇਹ ਵੇਰੀਐਂਟ ਬੜਾ ਖਤਰਨਾਕ ਸੀ। ਹਾਲਾਂਕਿ ਕਿਹਾ ਜਾਂਦਾ ਕਿ ਇਹ ਵੇਰੀਐਂਟ ਵੀ ਇੰਗਲੈਂਡ ਤੋਂ ਆਇਆ ਸੀ, ਪਰ ਕਿਉਂਕਿ ਉਹਨਾਂ ਨੇ ਆਪਣੀ ਬਿਮਾਰੀ ਦੇ ਉੱਤੇ ਕਾਬੂ ਪਾ ਲਿਆ ਸੀ, ਇਸ ਕਰਕੇ ਉਹਨਾਂ ਨੂੰ ਇਹ ਸੀ ਕਿ ਅਸੀਂ ਤਾਂ ਆਪਣਾ ਕਾਬੂ ਪਾ ਲਿਆ ਤੇ ਸਾਡੇ ਵਾਇਰਸ ਕਿਤੇ ਬਾਹਰੋਂ ਨਾ ਆ ਜਾਵੇ ਜੀ। ਮਿਸਟਰ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਉਹ ਦਿੱਲੀ ਦੇ ਮੁੱਖ ਮੰਤਰੀ ਹੈ ਤੇ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ। ਬਿਲਕੁਲ ਦਿੱਲੀ ਦੇ ਵਿੱਚ ਵੀ ਕਰੋਨਾ ਨੇ ਬਹੁਤ ਜਿਹੜੀ ਹੈਗੀ ਆ ਤਬਾਹੀ ਮਚਾਈ ਹੋਈ ਹੈ। ਤਾਂ ਕੇਜਰੀਵਾਲ ਸਾਹਿਬ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦੇ ਦਿੱਤਾ, ਟਵੀਟ ਕਰ ਦਿੱਤਾ। ਉਹਨਾਂ ਨੇ ਕਿਹਾ, ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਸਿੰਗਾਪੁਰ ਤੋਂ ਆਉਣ ਵਾਲੀਆਂ ਜਿਹੜੀਆਂ ਫਲਾਈਟਾਂ ਉਹਨਾਂ ਤੇ ਪਾਬੰਦੀ ਲਾ ਦਿੱਤੀ ਜਾਵੇ ਜੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਿੰਗਾਪੁਰ ਦੇ ਵਿੱਚ ਇੱਕ ਅਜਿਹਾ ਵੇਰੀਐਂਟ ਤਿਆਰ ਹੋ ਗਿਆ ਜਿਹੜਾ ਛੋਟੇ ਬੱਚਿਆਂ ਦੇ ਲਈ ਬੜਾ ਘਾਤਕ ਸਾਬਤ ਹੁੰਦਾ ਹੈ ਜੀ। ਜੇ ਆਪਾਂ ਪਾਬੰਦੀ ਨਾ ਲਾਈ ਤਾਂ ਫਿਰ ਹੋਊ ਇਹ ਕਿ ਉਹ ਵੇਰੀਐਂਟ ਜਿਹੜਾ ਭਾਰਤ ਵੀ ਆ ਸਕਦਾ ਤੇ ਭਾਰਤ ਦੇ ਵਿੱਚ ਆ ਕੇ ਸਾਡੇ ਬਚਪਨ ਨੂੰ ਤਬਾਹ ਕਰ ਸਕਦਾ ਹੈ ਜੀ। ਇਹਦੇ ਤੇ ਤੁਸੀਂ ਪਾਬੰਦੀ ਲਾਓ। ਇਹ ਉਹਨਾਂ ਨੇ ਗੱਲ ਕਹਿ ਦਿੱਤੀ ਤੇ ਇਹਦਾ ਨੋਟਿਸ ਲਿਆ ਜਿਹੜੀ ਹੈ ਸਿੰਗਾਪੁਰ ਦੀ ਸਰਕਾਰ ਨੇ। ਉਹਨਾਂ ਨੇ ਭਾਰਤੀ ਅੰਬੈਸਡਰ ਨੂੰ ਬੁਲਾਇਆ ਆਪਣੇ ਫੋਰਨ ਡਿਪਾਰਟਮੈਂਟ ਦੇ ਵਿੱਚ ਔਰ ਉੱਥੇ ਬੁਲਾ ਕੇ ਉਹਨਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਕਿ ਤੁਹਾਡੀ ਕੰਟਰੀ ਦਾ ਇੱਕ ਮੁੱਖ ਮੰਤਰੀ ਜਿਹੜਾ ਦਿੱਲੀ ਬੈਠਾ, ਤੁਹਾਡੀ ਰਾਜਧਾਨੀ 'ਚ ਬੈਠਾ ਹੈ, ਉਹਨੇ ਜਿਹੜਾ ਇਸ ਕਿਸਮ ਦਾ ਸਾਡੇ ਤੇ ਆਪਣਾ ਜਿਹੜਾ ਆਬਜੈਕਸ਼ਨ ਲਾਇਆ, ਇਹ ਗਲਤ ਹੈ ਜੀ। ਔਰ ਨਾਲ ਉਹਨਾਂ ਨੇ ਕਿਹਾ ਕਿ ਇਹ ਸਾਡੇ ਤਾਂ ਕੋਈ ਵਾਇਰਸ ਹੀ ਨਹੀਂ, ਇਹ ਵਾਇਰਸ ਹੀ ਤੁਹਾਡੇ ਵਾਲਾ ਹੈ। ਜਿਹੜਾ ਇੱਥੇ ਵਾਇਰਸ ਆ ਉਹ ਇੰਡੀਅਨ ਵੇਰੀਐਂਟ ਹੀ ਹੈ, ਉਹ ਇੱਧਰਲਾ ਕੋਈ ਐਸੀ ਗੱਲ ਨਹੀਂ ਹੈ, ਇਹ ਗਲਤ ਹੈ ਗੱਲ ਜੀ। ਇਹਦੇ ਤੋਂ ਫਿਰ ਕੀ ਹੋਇਆ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕ ਮੋਰਚਾ ਖੋਲ੍ਹਤਾ ਜੀ। ਪਹਿਲਾਂ ਤਾਂ ਸਾਡਾ ਜਿਹੜਾ ਹੈਗਾ ਫੋਰਨ ਮਿਨਿਸਟਰੀ ਦੇ ਬੁਲਾਰੇ ਨੇ ਇਹਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਜੋ ਕੁਛ ਕੇਜਰੀਵਾਲ ਨੇ ਕਿਹਾ ਇਹ ਭਾਰਤ ਸਰਕਾਰ ਦਾ ਸਟੈਂਡ ਨਹੀਂ, ਇਹ ਵਿਚਾਰ ਭਾਰਤ ਸਰਕਾਰ ਦਾ ਨਹੀਂ, ਇਹ ਕੇਜਰੀਵਾਲ ਦਾ ਆਪਣਾ ਵਿਚਾਰ ਹੈ ਜੀ। ਫਿਰ ਭਾਰਤੀ ਜਨਤਾ ਪਾਰਟੀ ਦੇ ਜਿਹੜਾ IT ਸੈੱਲ ਵਗੈਰਾ ਤੇ ਉਹਨਾਂ ਨੇ ਕੇਜਰੀਵਾਲ ਦੇ ਖਿਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੇ ਇੱਕ ਗੁਆਂਢੀ ਦੇਸ਼ ਦੇ ਨਾਲ ਸਾਡੇ ਸਬੰਧ ਆ ਜਿਹੜੇ ਉਹ ਵਿਗਾੜਨ ਦੇ ਵਿੱਚ ਯੋਗਦਾਨ ਪਾਇਆ ਔਰ ਇਹਨਾਂ ਨੂੰ ਜਿਹੜਾ ਹੈਗਾ ਕੌਮਾਂਤਰੀ ਮਾਮਲਿਆਂ ਦੇ ਵਿੱਚ, ਵਿਦੇਸ਼ੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਜੀ। ਇਹ ਜਦੋਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਬੋਲ ਹਟੇ ਤੇ ਫਿਰ ਬਾਅਦ ਦੇ ਵਿੱਚ ਜਿਹੜੇ ਉਹਨਾਂ ਦੇ ਡਿਪਟੀ ਹੈ ਮਿਸਟਰ ਮਨੀਸ਼ ਸਿਸੋਦੀਆ, ਡਿਪਟੀ ਮੁੱਖ ਮੰਤਰੀ ਹੈ ਦਿੱਲੀ ਦੇ, ਉਹ ਵੀ ਬੋਲੇ। ਉਹਨਾਂ ਨੇ ਕਿਹਾ ਕਿ ਮਿਸਟਰ ਕੇਜਰੀਵਾਲ ਨੇ ਗਲਤ ਕੁਛ ਵੀ ਨਹੀਂ ਕਿਹਾ। ਜਿਹੜੀ ਸਾਡੀ ਭਾਰਤ ਦੀ ਸਰਕਾਰ ਹੈ, ਭਾਰਤ ਦੀ ਸਰਕਾਰ ਨੂੰ ਆਪਣੇ ਬਚਪਨ ਦੀ ਜਿਹੜੀ ਹੈਗੀ ਹੈ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ। ਕੇਜਰੀਵਾਲ ਜਿਹੜੀ ਹੈਗੀ ਹੈ ਉਹ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ, ਉਹਨਾਂ ਦੀ ਹੋਣੀ ਨੂੰ ਲੈ ਕੇ ਚਿੰਤਤ ਹੈ। ਉਹ ਕਹਿੰਦੇ ਵੀ ਇਹ ਸਰਕਾਰ ਹੈ ਜਿਹੜੀ ਕੇਂਦਰ ਦੀ ਸਰਕਾਰ ਹੈ, ਕੇਂਦਰ ਦੀ ਸਰਕਾਰ ਨੂੰ ਤਾਂ ਸਿਰਫ ਤੇ ਸਿਰਫ ਕਾਰਪੋਰੇਟ ਘਰਾਣੇ ਦੇ ਹਿੱਤ ਹੀ ਦਿਖਦੇ ਹੈ ਜੀ। ਤੇ ਇਹ ਦਵਾਈ ਜਿਹੜੀ ਹੈ ਬਾਹਰ ਭੇਜੀ ਜਾਂਦੀ ਹੈ, ਵੈਕਸੀਨ ਬਾਹਰ ਭੇਜੀ ਜਾਂਦੇ ਹੈ, ਪਰ ਜਿਹੜੇ ਰੋਕੂ ਪ੍ਰਬੰਧ ਕੋਈ ਨਹੀਂ ਕਰਦੇ ਜਿਹੜੇ ਬਾਹਰਲਾ ਵੇਰੀਐਂਟ ਆਊਗਾ। ਮਿਸਟਰ ਸਿਸੋਦੀਆ ਦਾ ਇਹ ਵੀ ਕਹਿਣਾ ਸੀਗਾ ਕਿ ਮੇਰੇ ਕੋਲੇ ਇਹ ਇੱਕ ਜਿਹੜੀ ਹੈਗੀ ਹੈ ਸਬੂਤ ਪਿਆ ਕਿ ਉੱਥੋਂ ਦੇ ਇੱਕ ਮਿਨਿਸਟਰ ਦਾ ਇਹ ਬਿਆਨ ਹੈ ਜੀ, ਜਿਹੜਾ ਸਿੰਗਾਪੁਰ ਦਾ ਮਿਨਿਸਟਰ ਹੈ, ਕਿ ਇੱਥੇ ਕੋਈ ਇਹੋ ਜਿਹਾ ਵੇਰੀਐਂਟ ਹੈ, ਲੇਕਿਨ ਅਜੇ ਤੱਕ ਜਿਹੜੀ ਹੈਗੀ ਹੈ ਉਹਦੀ ਅਥੈਂਟਿਸਿਟੀ ਕੀ ਹੈ ਉਹ ਸਾਹਮਣੇ ਨਹੀਂ ਆਈ। ਮੰਨ ਲਓ ਵੀ ਜੇ ਇਹ ਸਿੰਗਾਪੁਰ ਦੇ ਇੱਕ ਮਿਨਿਸਟਰ ਦਾ ਬਿਆਨ ਹੈ ਤਾਂ ਇਹਦਾ ਮਤਲਬ ਹੈ ਕਿ ਜੋ ਕੁਛ ਕੇਜਰੀਵਾਲ ਨੇ ਕਿਹਾ ਉਹਦੀ ਪੁਸ਼ਟੀ ਹੁੰਦੀ ਹੈ। ਚਾਹੀਦਾ ਤਾਂ ਇਹ ਸੀ ਭਾਰਤ ਸਰਕਾਰ ਨੂੰ ਕਿ ਭਾਰਤ ਸਰਕਾਰ ਇਹਦੀ ਦਰਿਆਫਤ ਕਰਦੀ, ਇਹਦੀ ਤਸਦੀਕ ਕਰਦੀ। ਜੇ ਤਾਂ ਇਹ ਗੱਲ ਸੱਚੀ ਹੈ ਕਿ ਉਹਨਾਂ ਦੇ ਵਜ਼ੀਰ ਨੇ ਸਟੇਟਮੈਂਟ ਦਿੱਤੀ ਹੈ ਤਾਂ ਫਿਰ ਕਹਿਣਾ ਚਾਹੀਦਾ ਸੀ ਕਿ ਹਾਂ ਕੇਜਰੀਵਾਲ ਜੋ ਕਹਿੰਦਾ ਉਹ ਠੀਕ ਕਹਿੰਦਾ। ਕੇਜਰੀਵਾਲ ਕੋਈ ਭਾਰਤ ਦੇ ਵਿੱਚ ਬਾਹਰਲਾ ਨਾਗਰਿਕ ਨਹੀਂ, ਉਹ ਇਸ ਦੇਸ਼ ਦਾ ਨਾਗਰਿਕ ਹੈ ਜੀ। ਇੱਥੋਂ ਦਾ ਇੱਕ ਮੁੱਖ ਮੰਤਰੀ ਹੈ ਤੇ ਜੇ ਇੱਕ ਮੁੱਖ ਮੰਤਰੀ ਦੇ ਕੋਲ ਕੋਈ ਪੁਖਤਾ ਸਬੂਤ ਹੈ ਔਰ ਉਹ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਹੇ ਹੈ ਤਾਂ ਫਿਰ ਆਪਣੇ ਮੁੱਖ ਮੰਤਰੀ ਨੂੰ ਡਿਫੈਂਡ ਕਰਨਾ ਚਾਹੀਦਾ ਸੀ। ਹਾਂ, ਜੇ ਕਈ ਵਾਰੀ ਇਹ ਵੀ ਹੁੰਦਾ, ਤੁਸੀਂ ਦੇਖਿਆ ਹੁਣ ਆਮ ਤੌਰ ਦੇ ਉੱਤੇ ਕਿ ਸੋਸ਼ਲ ਮੀਡੀਆ ਦੇ ਉੱਤੇ ਊਲ ਜਲੂਲ ਬਹੁਤ ਫਿਰਦਾ ਹੈ। ਕਈ ਵਾਰੀ ਵੈਸੇ ਹੀ ਬਣਾ ਦਿੰਦੇ ਕਿ ਆਹ ਸਟੇਟਮੈਂਟ ਫਲਾਣੇ ਨੇ ਦਿੱਤੀ। ਤੁਸੀਂ ਦੇਖੋ ਕਿੰਨੀਆਂ ਖਬਰਾਂ ਪਈਆਂ ਹੁੰਦੀਆਂ ਅਖਬਾਰਾਂ ਦੇ ਵਿੱਚ, ਜਿਹਦੇ ਵਿੱਚ ਕਿਸੇ ਦੇ ਉੱਤੇ ਅਖਬਾਰਾਂ 'ਚ ਨਹੀਂ ਪਈਆਂ, ਸੋਸ਼ਲ ਮੀਡੀਆ ਤੇ WhatsApp ਦੇ ਉੱਤੇ ਪਈਆਂ ਹੁੰਦੀਆਂ, ਜਿਹਦੇ 'ਚ ਲਿਖਿਆ ਹੁੰਦਾ ਜੀ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਜੀ, ਅਮਿਤ ਸ਼ਾਹ ਨੂੰ ਕੱਢਤਾ ਜੀ, ਫਲਾਣਾ ਆਹ ਕਰਤਾ ਜੀ, RSS ਨੇ ਜੋ ਕਰਤਾ ਬਾਹ ਕਰਤਾ। ਮਤਲਬ ਇਸ ਕਿਸਮ ਦਾ ਜਿਹੜਾ ਕੂੜ ਪ੍ਰਚਾਰ ਹੈ, ਨਕਲੀ ਅਖਬਾਰ ਤੱਕ ਬਣਾ ਦਿੰਦੇ ਆ ਜਿਹੜੇ ਲੱਗਦਾ ਅਸਲੀ ਹੈ। ਬਿਲਕੁਲ। ਉਹਦੇ ਤੋਂ ਜੇ ਹੁਣ ਆਪਾਂ ਆਪਣਾ ਮਾਈਂਡ ਬਣਾ ਲਈਏ ਜਾਂ ਆਪਾਂ ਉਹਦੇ ਆਧਾਰ ਦੇ ਉੱਤੇ ਗੱਲ ਕਰੀਏ ਤਾਂ ਉਹ ਗੱਲ ਠੀਕ ਨਹੀਂ ਜੀ। ਔਰ ਸਿਸੋਦੀਆ ਸਾਹਿਬ ਨੂੰ ਵੀ ਚਾਹੀਦਾ ਕਿ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਉਹ ਆਪਣੀ ਇਸ ਜਿਹੜੀ ਹੈਗੀ ਹੈ ਗੱਲ ਦੇ ਹੱਕ ਵਿੱਚ ਜਿਹੜਾ ਉਹਨਾਂ ਕੋਲ ਪੁਖਤਾ ਸਬੂਤ ਆ ਉਹਨਾਂ ਨੂੰ ਜਨਤਕ ਕਰਨ ਜੀ। ਬਿਲਕੁਲ ਜੀ, ਜੇ ਸਬੂਤ ਹੈ ਤਾਂ ਪੇਸ਼ ਕਰਨਾ ਚਾਹੀਦਾ ਹੈ। ਸੋ ਸਬੂਤਾਂ ਦੀ ਗੱਲ ਕਰੀਏ ਤਾਂ ਨਾਰਦਾ ਕੇਸ ਅਤੇ CBI
ਸੀਬੀਆਈ ਨੂੰ ਪਤਾ ਨਹੀਂ ਹੁਣ ਕਿਹੜੇ ਸਬੂਤ ਮਿਲ ਗਏ ਕਿ ਉਹਨਾਂ ਸਬੂਤਾਂ ਦੇ ਆਧਾਰ ਤੇ ਉਹਨਾਂ ਨੇ ਹੁਣ ਮਮਤਾ ਬੈਨਰਜੀ ਤੇ ਉਹਦੇ ਕਾਨੂੰਨ ਮੰਤਰੀ ਨੂੰ ਆਪਣੀ ਅਰਜ਼ੀ ਦੇ ਵਿੱਚ ਇੱਕ ਧਿਰ ਬਣਾ ਦਿੱਤਾ ਜੀ। ਸੋ ਨਾਰਦਾ ਕੇਸ ਦੇ ਮਾਮਲੇ ਦੇ ਵਿੱਚ ਕੀਤੀ ਗਈ ਇਹ ਕਾਰਵਾਈ ਬਾਰੇ ਕੀ ਤੁਸੀਂ ਦੱਸੋਗੇ ਜੀ? ਦੇਖੋ, ਨਾਰਦਾ ਸਟਿੰਗ ਕੇਸ ਹੈ ਜਿਹੜਾ, ਉਸ ਕੇਸ ਦੇ ਵਿੱਚ 4 ਬੰਦਿਆਂ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਜੀ, ਜਿਹਦੇ ਵਿੱਚ 2 ਤਾਂ ਜਿਹੜੇ ਹੈਗੇ ਹੈ ਸਿਟਿੰਗ ਸਾਡੇ ਜਿਹੜੇ ਹੈਗੇ ਆ ਬੰਗਾਲ ਦੇ ਮਿਨਿਸਟਰ ਹੈ ਜੀ, ਇੱਕ ਉਹਨਾਂ ਦੇ ਵਿੱਚੋਂ ਸਿਟਿੰਗ MLA ਤੇ ਇੱਕ ਜਿਹੜਾ ਹੈਗਾ ਸਾਬਕਾ ਮੇਅਰ ਹੈ। ਜੀ 4 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੋਇਆ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕਹਿ ਚੁੱਕੇ ਹਾਂ ਕਿ ਕਈ ਬੰਦੇ ਹੋਰ ਵੀ ਹੈ ਜਿਨ੍ਹਾਂ ਦੇ ਨਾਂ ਉਸ ਸਿਟਿੰਗ ਆਪਰੇਸ਼ਨ ਦੇ ਵਿੱਚ ਆਉਂਦੇ ਹੈ ਜੀ ਜਾਂ ਘੁਟਾਲਿਆਂ ਦੇ ਵਿੱਚ ਆਉਂਦੇ ਹੈ। ਮਿਸਾਲ ਦੇ ਤੌਰ ਦੇ ਉੱਤੇ ਮੁਕੁਲ ਰਾਏ ਹੈ ਜੀ, ਸ਼ਿਬਿੰਦੂ ਅਧਿਕਾਰੀ ਹੈ, ਜੀ ਇਸੇ ਤਰ੍ਹਾਂ ਮਿਸਟਰ ਸ਼ਰਮਾ ਹੈ ਜਿਹੜੇ ਅਸਾਮ ਦੇ ਚੀਫ ਮਿਨਿਸਟਰ ਹੈ, ਉਹਨਾਂ ਦੇ ਨਾਂ ਵੀ ਆਉਂਦੇ ਆ। ਲੇਕਿਨ ਉਹਨਾਂ ਨੂੰ ਕਿਸੇ ਨੂੰ ਕੁਛ ਨਹੀਂ ਕਿਹਾ ਤੇ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਵੇਲੇ ਤੁਹਾਨੂੰ ਪਤਾ ਮਮਤਾ ਬੈਨਰਜੀ ਨੇ ਜਾ ਕੇ CBI ਦੇ ਹੈੱਡਕੁਆਟਰ ਦੇ ਮੂਹਰੇ ਬੰਗਾਲ 'ਚ ਕਲਕੱਤੇ 'ਚ ਇੱਕ ਧਰਨਾ ਦਿੱਤਾ ਸੀ ਤੇ ਉਸ ਧਰਨੇ ਵੇਲੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਹੋਰ ਵੀ ਆ ਗਏ ਸੀ ਜੀ। ਦੇਰ ਸ਼ਾਮ ਭਾਵੇਂ ਲੋਕਲ ਕੋਰਟ ਨੇ ਉਹਨਾਂ ਦੀ ਜ਼ਮਾਨਤ ਲੈ ਲਈ ਸੀ, ਪਰ ਰਾਤ ਨੂੰ ਜਿਹੜੀ ਹੈਗੀ ਹੈ ਹਾਈ ਕੋਰਟ ਨੇ ਉੱਤੇ ਬੈਨ ਲਾਤਾ ਸੀ ਜੀ। ਸੋ ਇੱਕ ਤਾਂ ਉਹਨਾਂ ਦੀ ਬੇਲ ਐਪਲੀਕੇਸ਼ਨ ਜਿਹੜੀ ਹੈਗੀ ਅੱਜ ਉਹ ਅਦਾਲਤ ਦੇ ਸਾਹਮਣੇ ਪੇਸ਼ ਹੋਈ ਵੀ ਸੀ ਜੀ। ਅਜੇ ਤੱਕ ਆਪਾਂ ਨੂੰ ਪਤਾ ਨਹੀਂ ਉਹਦਾ ਵੀ ਕੀ ਰਿਜ਼ਲਟ ਕੀ ਹੈ ਜੀ। ਉਹਦੇ ਬੇਲ ਐਪਲੀਕੇਸ਼ਨ ਦੇ ਉੱਤੇ ਹਾਈ ਕੋਰਟ ਨੇ ਫੈਸਲਾ ਕਰਨਾ ਸੀ ਕਿ ਬੇਲ ਉਹਨਾਂ ਨੂੰ ਦੇਣੀ ਹੈ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣਾ ਹੈ ਜੀ। ਦੂਸਰੀ ਇੱਕ ਐਪਲੀਕੇਸ਼ਨ ਜਿਹੜੀ ਹੈਗੀ ਉਹ ਪਾਈ ਹੋਈ ਹੈ CBI ਨੇ। ਹਾਂਜੀ, CBI ਨੇ ਜਿਹੜੀ ਐਪਲੀਕੇਸ਼ਨ ਪਾਈ ਹੈ ਉਹਦੇ ਵਿੱਚ ਉਹਨਾਂ ਨੇ ਡਿਮਾਂਡਾਂ 2 ਕੀਤੀਆਂ ਜੀ। ਇੱਕ ਡਿਮਾਂਡ ਤਾਂ ਉਹਨਾਂ ਨੇ ਇਹ ਕੀਤੀ ਹੈ ਕਿ ਜਿਹੜੀ ਹੈਗੀ ਇਹਦੀ ਆਪਣੀ ਟ੍ਰਾਇਲ ਹੈ ਉਹ ਟ੍ਰਾਇਲ ਇੱਥੋਂ ਤਬਦੀਲ ਕੀਤੀ ਜਾਵੇ, ਸੁਣਵਾਈ ਬੰਗਾਲ ਦੀ ਬਜਾਏ ਕਿਸੇ ਬਾਹਰਲੇ ਸੂਬੇ ਦੇ ਵਿੱਚ ਹੋਵੇ। ਉਹਨਾਂ ਦਾ ਕਹਿਣਾ ਇਹ ਹੈ ਕਿ ਇੱਥੇ ਜਿਹੜੀ ਫੇਅਰ ਟ੍ਰਾਇਲ ਨਹੀਂ ਹੋ ਸਕਦੀ ਤੇ ਸਾਨੂੰ ਠੀਕ ਤਰੀਕੇ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਜੀ। ਪਿਛਲੇ ਦਿਨਾਂ 'ਚ ਮਮਤਾ ਬੈਨਰਜੀ ਨੇ ਜਿਹੜਾ ਧਰਨਾ ਦਿੱਤਾ ਸੀ ਉਸ ਧਰਨੇ ਨੂੰ ਆਧਾਰ ਬਣਾ ਕੇ ਉਹਨੂੰ ਤੇ ਉਹਨਾਂ ਦੇ ਕਾਨੂੰਨ ਮੰਤਰੀ ਨੂੰ ਵੀ ਇੱਕ ਪਾਰਟੀ ਬਣਾਇਆ ਜੀ। ਪਾਰਟੀ ਬਣਾਉਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ ਦੇ ਵਿੱਚ ਖੜਾ ਕਰਨ ਦਾ ਯਤਨ ਕੀਤਾ ਜਾ ਰਿਹਾ ਜੀ। ਜੇ ਕਿਸੇ ਕਿਸਮ ਦੀ ਥੋੜੀ ਬਹੁਤੀ ਵੀ ਉਹਨਾਂ ਨੂੰ ਹਾਈ ਕੋਰਟ ਦੇ ਵਿੱਚੋਂ ਰਿਲੀਫ ਮਿਲਦੀ ਹੈ CBI ਨੂੰ ਜੀ ਤਾਂ ਫਿਰ ਸਿੱਧੀ ਪੱਧਰੀ ਗੱਲ ਇਹ ਹੈ ਕਿ ਬੰਗਾਲ ਦੀ ਜਿਹੜੀ ਸਰਕਾਰ ਹੈ ਉਹਨੂੰ ਅਸਥਿਰ ਕਰਨ ਵਾਸਤੇ ਮਮਤਾ ਬੈਨਰਜੀ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਜੀ। ਉਹਨੂੰ ਗ੍ਰਿਫਤਾਰ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਆ। ਔਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਚੋਣ ਹੋਈ ਹੈ ਬੰਗਾਲ ਦੇ ਵਿੱਚ, ਉਸ ਚੋਣ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਹਾਰ ਨਸੀਬ ਹੋਈ ਹੈ ਉਹ ਹਾਰ ਬਰਦਾਸ਼ਤ ਨਹੀਂ ਹੋ ਰਹੀ, ਨਾ ਤਾਂ ਉਹ ਪ੍ਰਧਾਨ ਮੰਤਰੀ ਨੂੰ ਬਰਦਾਸ਼ਤ ਹੋ ਰਹੀ ਹੈ ਔਰ ਨਾ ਹੀ ਉਹ ਹਾਰ ਜਿਹੜੀ ਹੈਗੀ ਹੈ ਅਮਿਤ ਸ਼ਾਹ ਨੂੰ ਬਰਦਾਸ਼ਤ ਹੋ ਰਹੀ ਹੈ ਜੀ। ਸੋ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਸਰਕਾਰ ਨੂੰ ਅਸਥਿਰ ਕੀਤਾ ਜਾਵੇ ਜੀ। ਜਿਵੇਂ ਕਿ 2 ਮੰਤਰੀ ਪਹਿਲਾਂ CBI ਨੇ ਗ੍ਰਿਫਤਾਰ ਕਰ ਲਏ, ਅਗਰ ਉਹ ਮੁੱਖ ਮੰਤਰੀ ਨੂੰ ਵੀ ਗ੍ਰਿਫਤਾਰ ਕਰ ਲੈਂਦੇ ਫਿਰ ਇੱਕ ਕਿਸਮ ਦਾ ਕੰਸਟੀਟਿਊਸ਼ਨਲ ਕ੍ਰਾਈਸਿਸ ਖੜਾ ਹੋ ਜਾਣਾ ਜੀ। ਔਰ ਸੰਭਾਵਨਾ ਫਿਰ ਇਹ ਵੀ ਬਣਦੀ ਹੈ ਕਿ ਆਪਣੀ ਜਿਹੜੀ ਕੇਂਦਰ ਸਰਕਾਰ ਦੀਆਂ ਏਜੰਸੀਆਂ ਉਹਨਾਂ ਦੀ ਤਾਕਤ ਦੇ ਨਾਲ ਉਹ ਆਪਣੀ TMC ਹੈ ਜਿਹੜੀ TMC ਦੇ ਵਿੱਚੋਂ ਇੱਕ ਧੜੇ ਨੂੰ ਡਿਫੈਕਟ ਕਰਵਾ ਕੇ ਫੁੱਟ ਵੀ ਪਵਾ ਸਕਦੇ। ਇਸ ਢੰਗ ਦੇ ਨਾਲ ਉਹ ਕੋਈ ਆਪਣੀ ਟੁੱਟੀ ਫੁੱਟੀ ਸਰਕਾਰ ਬਣਾ ਸਕਦੇ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਅਸਲ ਦੇ ਵਿੱਚ ਇਹ ਹਾਰ ਨਹੀਂ ਉਨੀ ਸਤਾਉਂਦੀ ਜਿੰਨੀ ਚਿੰਤਾ ਉਹਨਾਂ ਨੂੰ 2024 ਵਾਲੀ ਸਤਾਉਂਦੀ ਜੀ। ਕਿਉਂਕਿ 26 ਤਾਰੀਖ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਿਆ 7 ਸਾਲ ਹੋ ਜਾਣਗੇ, 5 ਸਾਲ ਪਿਛਲੇ ਤੇ 2 ਸਾਲ ਐਤਕੀ ਦੇ, ਇਹ ਤੋਂ ਬਾਅਦ ਉਹਨਾਂ ਦੇ ਰਹਿ ਗਏ 3 ਸਾਲ ਜੀ। ਉਹ 3 ਸਾਲਾਂ ਬਾਅਦ ਜਿਹੜੀ ਚੋਣ ਆਉਣੀ ਹੈ ਨਾ ਉਸ ਚੋਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਬੜੀ ਚਿੰਤਤ ਹੈ। ਇਸ ਲਈ ਬੰਗਾਲ ਦੀ ਜਿਹੜੀ ਸਰਕਾਰ ਆ ਉਹਨੂੰ ਡੀਸਟੇਬਲਾਈਜ਼ ਕਰਨਾ ਚਾਹੁੰਦੀ ਹੈ। ਇਹ ਹੁਣ ਆਪਾਂ ਕੋਰਟ ਤੇ ਦੇਖਦੇ ਹਾਂ ਕਿ ਕੋਰਟ ਤੇ ਕੀ ਡਿਸੀਜਨ ਦਿੰਦੀ ਹੈ। ਬਿਲਕੁਲ, ਮਤਲਬ ਹੁੱਕ ਐਂਡ ਕਰੁੱਕ ਜੋ ਵੀ ਹੱਥਕੰਡੇ ਅਪਣਾ ਸਕਦੇ ਆ ਹਰ ਹੱਥਕੰਡਾ ਅਪਣਾਉਣ ਤੱਕ ਜਾਵੇਗੀ ਭਾਜਪਾ। ਬਿਲਕੁਲ। ਸੋ ਦੇਖਦੇ ਹਾਂ ਭਵਿੱਖ ਦੇ ਵਿੱਚ ਹੋਰ ਸਾਨੂੰ ਕੀ ਦੇਖਣ ਨੂੰ ਮਿਲਦਾ ਹੈ। ਸੋ ਭਾਜਪਾ ਦੀ ਹੀ ਅਸੀਂ ਗੱਲ ਕਰ ਰਹੇ ਹਾਂ ਤੇ ਮੁੱਖ ਪ੍ਰਧਾਨ ਮੰਤਰੀ ਦੀ ਵੀ ਤੁਸੀਂ ਗੱਲ ਕੀਤੀ ਹੈ। ਇਸੇ ਦੌਰਾਨ ਮੋਦੀ ਦੀ ਪੋਪੂਲੈਰਿਟੀ ਵਿੱਚ ਵੀ ਗਿਰਾਵਟ ਆਈ ਹੈ, ਇਹ ਵੀ ਖਬਰ ਹੈ। ਸੋ ਕਿਵੇਂ ਗਿਰਾਵਟ ਆਈ ਹੈ, ਕੀ ਮਸਲਾ ਹੈ ਤੇ ਕੀ ਇਹਦੇ ਬਾਰੇ ਸਾਨੂੰ ਪਤਾ ਲੱਗ ਰਿਹਾ ਹੈ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ। ਦੇਖੋ, ਜਿੱਥੋਂ ਤੱਕ ਪ੍ਰਧਾਨ ਮੰਤਰੀ ਸਾਹਿਬ ਦਾ ਸਵਾਲ ਹੈ ਉਹਨਾਂ ਦੀ ਰੇਟਿੰਗ ਦੇ ਵਿੱਚ ਕਾਫੀ ਫਰਕ ਆਇਆ ਹੈ ਜੀ। ਅਮਰੀਕਾ ਦੀ ਇੱਕ ਜਿਹੜੀ ਹੈਗੀ ਹੈ ਸਰਵੇਖਣ ਸੰਸਥਾ ਹੈ ਜਿਹਦਾ ਨਾਂ ਹੈ ਮਾਰਨਿੰਗ ਕੰਸਲਟ। ਅੱਛਾ ਜੀ। ਮਾਰਨਿੰਗ ਕੰਸਲਟ ਨੇ ਸਤੰਬਰ 2019 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਹੈ ਇਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀ ਰੇਟਿੰਗ ਨੂੰ ਚੈੱਕ ਕੀਤਾ ਕਿ ਕਿੰਨੀ ਹੈ ਜੀ। ਇਹ ਕਹਿੰਦੇ ਵੀ ਐਤਕੀ ਜਿਹੜੀ ਹੈਗੀ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਰੇਟਿੰਗ ਹੈ ਜਿਹੜੀ ਉਹ 22 ਪੁਆਇੰਟ ਘੱਟ ਹੈ
ਔਰ ਅੱਛਾ ਜੀ। ਕਿਸੇ ਜ਼ਮਾਨੇ ਦੇ ਵਿੱਚ ਇਹ ਬਹੁਤ ਜ਼ਿਆਦਾ ਹੁੰਦੀ ਸੀ ਜੀ ਔਰ ਇਹ ਜਿਹੜੀ ਹੈਗੀ ਹੈ, ਜਿਹੜੀ ਇਹਨਾਂ ਨੇ ਰੇਟਿੰਗ ਦਾ ਅੰਦਾਜ਼ਾ ਲਾਇਆ ਤੇ ਇਹਨਾਂ ਦਾ ਇਹ ਮੰਨਣਾ ਹੈ ਕਿ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਦੀ ਜਿਹੜੀ ਰੇਟਿੰਗ ਹੈ ਜਾਂ ਜਿਹੜੀ ਉਹਨਾਂ ਦੀ ਲੋਕਪ੍ਰਿਯਤਾ ਹੈ, ਜੀ ਇਹ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਉਹਨਾਂ ਨੇ ਜਿਹੜਾ ਹੁਣ ਤੱਕ ਦੇਖਿਆ, ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ 22 ਪੁਆਇੰਟ ਨੀਚੇ ਡਿੱਗ ਪੈਣਾ, ਕੋਈ ਨਿੱਕੀ ਮੋਟੀ ਗੱਲ ਨਹੀਂ। ਬਿਲਕੁਲ ਜੀ 22 ਪੁਆਇੰਟ ਬਹੁਤ ਮਾਇਨੇ ਰੱਖਦੇ ਨੇ। ਹਾਂਜੀ ਹਾਂਜੀ। ਔਰ ਅਗਲੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਵੇਂ ਕੋਈ ਜ਼ਮਾਨਾ ਇਹ ਸੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਸੀ, ਜੀ ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕਰਤਾ ਉਹ ਠੀਕ ਕਰਤਾ, ਉਹ ਜੋ ਕਰਦੇ ਵਧੀਆ ਕਰਦੇ ਆ। ਜ਼ਿਆਦਾਤਰ ਜੇ ਆਪਾਂ ਦੇਖੀਏ ਤਾਂ ਉਹ ਭਗਤ ਜਨ ਸੀਗੇ, ਜੀ ਉਹ ਭਗਤ ਬਹੁਤ ਜ਼ਿਆਦਾ ਸੀ। ਪਰ ਹੁਣ ਭਗਤਾਂ ਦੇ ਵਿੱਚ ਕਮੀ ਆਈ ਵੀ ਹੈ। ਜੀ ਹੁਣ 59% ਲੋਕ ਜਿਹੜੇ ਹੈਗੇ ਆ, 59% ਲੋਕ ਇਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨੇ ਜੋ ਕੀਤਾ ਉਹ ਠੀਕ ਨਹੀਂ ਕੀਤਾ। ਖਾਸ ਕਰਕੇ ਕਰੋਨਾ ਨੂੰ ਹੈਂਡਲ ਕਰਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਾਫੀ ਜਿਹੜੀ ਹੈਗੀ ਹੈ ਉਹ ਅਣਗਹਿਲੀ ਦਿਖਾਈ ਹੈ। ਆਪਾਂ ਇਹ ਜਾਣਦੇ ਹਾਂ ਕਿ ਜਦੋਂ ਕਰੋਨਾ ਦੀ ਸ਼ੁਰੂਆਤ ਹੋਈ ਹੈ, ਸ਼ੁਰੂ ਦੇ ਵਿੱਚ ਹੀ ਜਦੋਂ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਜਦੋਂ ਉਹਨੇ ਚੇਤਾਵਨੀ ਦੇ ਦਿੱਤੀ ਸੀ ਕਿ ਭਾਈ ਇੱਕ ਮਹਾਮਾਰੀ ਆ ਰਹੀ ਹੈ ਤੇ ਤੁਸੀਂ ਸੰਭਲੋ, ਉਸ ਵੇਲੇ ਅਸੀਂ ਜਿਹੜਾ ਹੈਗਾ ਜਿਹੜੇ ਆਪਣੇ ਰੋਕੂ ਪ੍ਰਬੰਧ ਕਰਨੇ ਚਾਹੀਦੇ ਸੀ ਉਹ ਨਹੀਂ ਕੀਤੇ। ਜੀ ਬਾਅਦ ਦੇ ਵਿੱਚ ਫਿਰ ਜਦੋਂ ਉਹ ਬਿਮਾਰੀ ਫੈਲ ਗਈ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਬਗੈਰ ਕੁਝ ਸੋਚਿਆ ਇਹ ਦੇਖਿਆ ਕਿ ਜੇ ਅਸੀਂ ਇੱਥੇ ਲਾਕਡਾਊਨ ਕਰਾਂਗੇ, ਅਸੀਂ ਤਾਲਾਬੰਦੀ ਕਰਾਂਗੇ ਤਾਂ ਤਾਲਾਬੰਦੀ ਕਰਨ ਦੇ ਨਾਲ ਲੱਖਾਂ ਲੋਕ ਜਿਹੜੇ ਹੈਗੇ ਬੇਰੁਜ਼ਗਾਰ ਹੋਣਗੇ, ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ, ਵੱਖ-ਵੱਖ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਏ ਹੋਏ ਹੈ, ਖਾਸ ਕਰਕੇ ਦਿੱਲੀ ਜਾਂ ਵੱਡਿਆਂ ਸ਼ਹਿਰਾਂ 'ਚ ਆਏ ਹੋਏ ਹੈ, ਉਹ ਖਾਣਗੇ ਕੀ? ਜਦੋਂ ਬੇਰੁਜ਼ਗਾਰ ਆ ਕੇ ਉਹ ਖਾਣਗੇ ਕੀ? ਤੇ ਉਹ ਭਾੜਾ ਕਿਰਾਇਆ ਕਿੱਥੋਂ ਦੇਣਗੇ ਜਿਨ੍ਹਾਂ ਮਕਾਨਾਂ 'ਚ ਰਹਿੰਦੇ? ਆਪਣੇ ਘਰ ਤਾਂ ਉਹਨਾਂ ਦੇ ਹੈ ਨਹੀਂਗੇ। ਬਿਲਕੁਲ। ਸੋ ਉਹਨਾਂ ਨੇ ਇਹ ਦੇਖੇ ਤੋਂ ਬਗੈਰ ਜਿਹੜਾ ਹੈਗਾ ਇੱਕ ਦਿਨ ਸ਼ਾਮ ਨੂੰ ਆਏ ਔਰ ਸ਼ਾਮ ਨੂੰ ਆ ਕੇ ਟੀਵੀ ਚੈਨਲਾਂ 'ਤੇ ਬੋਲਣਾ ਸ਼ੁਰੂ ਕਰ ਦਿੱਤਾ। ਤੇ ਬੋਲਿਆ ਉਹਨਾਂ ਨੇ ਕੀ ਕਿ 18 ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਮਹਾਭਾਰਤ ਦੀ ਜੰਗ ਜਿੱਤ ਲਈ ਸੀਗੀ ਤੇ ਹੁਣ ਮੈਨੂੰ ਤੁਸੀਂ 21 ਦਿਨ ਦੇ ਦਿਓ, 3 ਹਫ਼ਤੇ ਤੇ 3 ਹਫ਼ਤਿਆਂ ਦੇ ਵਿੱਚ ਆਪਾਂ ਕਰੋਨਾ ਦਾ ਵੀ ਭੋਗ ਪਾ ਦਿਆਂਗੇ। ਤੇ ਨਾਲ ਫਿਰ ਉਹਨਾਂ ਨੇ ਆਪਣੇ ਜਿਹੜੇ ਟਿਪਸ ਵੀ ਦੇ ਦਿੱਤੇ ਜੀ, ਥਾਲੀਆਂ ਵਜਾਓ, ਤਾਲੀਆਂ ਵਜਾਓ, ਟਾਰਚਾਂ ਕਰੋ ਜੀ, ਫਲਾਨਾ ਕਰੋ, ਧਮਕਾ ਕਰੋ। ਇਹ ਕਹਿਤਾ ਇਹ ਸੀ ਕਿ ਆਪਣੇ ਘਰਾਂ ਦੇ ਗੇਟਾਂ ਤੇ ਖੜ ਕੇ ਜਾਂ ਬਾਲਕੋਨੀਆਂ ਤੇ ਖੜ ਕੇ ਇਹ ਸਾਰਾ ਕੁਝ ਕਰਨਾ ਹੈ, ਲੇਕਿਨ ਭਗਤ ਜਨ ਟੋਲੀਆਂ ਬਣ ਕੇ ਜਿਹੜੇ ਹੈਗੇ ਬਾਜ਼ਾਰਾਂ 'ਚ ਨਿਕਲ ਤੁਰੇ। ਹਾਂਜੀ ਜੀ, ਗੋ ਕਰੋਨਾ ਗੋ ਦੇ ਨਾਰੇ ਲੱਗ ਗਏ ਸੀ ਇੱਥੇ, ਨਾਰੇ ਲੱਗ ਗਏ ਸੀ। ਇਹ ਮਤਲਬ ਜਿਹੜਾ ਇਸ ਕਿਸਮ ਦਾ ਸਾਰਾ ਅਮਲ ਹੋਇਆ ਜੀ, ਉਸ ਅਮਲ ਨੇ ਜਿਹੜਾ ਹੈਗਾ ਇੱਕ ਤਾਂ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਵਿਦੇਸ਼ਾਂ ਦੇ ਵਿੱਚ ਜਿਹੜੀ ਹੈ ਕੋਈ ਮਤਲਬ ਬਹੁਤੀ ਉਹਦੇ ਨਾਲ ਹਵਾ ਨਹੀਂ ਬਣੀ। ਲੋਕ ਮਜ਼ਾਕ ਕਰਦੇ ਸੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਤੇ ਉੱਥੋਂ ਦੇ ਲੋਕ ਕਰੀ ਕੀ ਜਾਂਦੇ ਜੀ। ਦੂਜਾ ਅਸੀਂ ਦੇਖਦੇ ਹਾਂ ਕਿ ਜਿਹੜੇ ਲੱਖਾਂ ਲੋਕਾਂ ਨੇ ਹਿਜਰਤ ਕੀਤੀ, ਆਪੋ ਆਪਣੇ ਘਰਾਂ ਨੂੰ ਗਏ, ਉਹਨਾਂ ਦੀ ਕਿੰਨੀ ਭੈੜੀ ਹਾਲਤ ਹੋਈ ਹੈ। ਕੁਛ ਲੋਕ ਰਾਹ ਦੇ ਵਿੱਚ ਵਿਚਾਰੇ ਮਰ ਵੀ ਗਏ ਸੀ ਵਗੈਰਾ ਵਗੈਰਾ। ਤੇ ਫਿਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਜਦੋਂ ਥੋੜ੍ਹਾ ਜਿਹਾ ਉਹ ਕੰਟਰੋਲ ਹੋ ਗਿਆ ਤਾਂ ਉਸ ਵੇਲੇ ਭਾਰਤੀ ਜਨਤਾ ਪਾਰਟੀ ਨੇ ਸੋਲੇ ਗਾਉਣੇ ਸ਼ੁਰੂ ਕਰ ਦਿੱਤੇ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੈ, ਜਿਨ੍ਹਾਂ ਦੀ ਬਦੌਲਤ ਕਹਿੰਦੇ ਜੀ ਬਿਲਕੁਲ ਕਰੋਨਾ ਦੇ ਉੱਤੇ ਵਿਕਟਰੀ ਹਾਸਲ ਕਰ ਲਈ ਜੀ। ਔਰ ਵਿਕਟਰੀ ਹਾਸਲ ਕਰਕੇ ਜਿਹੜਾ ਇਹਨਾਂ ਦੇ ਕੋਲੇ ਮਾੜਾ ਮੋਟਾ ਪ੍ਰਬੰਧ ਸੀ, ਇਹਨਾਂ ਨੇ ਕਿਹਾ ਜੀ ਆਹ ਲਓ ਜੋ ਮਰਜ਼ੀ ਲੈ ਲਓ, ਅਸੀਂ ਨੂੰ ਬਾਕੀ ਦੁਨੀਆ ਦੀ ਮਦਦ ਕਰਦੇ ਹਾਂ ਜੀ ਜੀ। ਆਪਣੇ ਦੇਸ਼ ਦੇ ਵਿੱਚ ਲੋੜ ਹੈ, ਆਪਦੀ ਲੋੜ ਦੇਖੀ ਨਹੀਂ ਤੇ ਇਹਨਾਂ ਨੇ ਉਸ ਵੇਲੇ ਵੈਕਸੀਨ ਵਗੈਰਾ ਬਾਹਰ ਦੇਣੀ ਸ਼ੁਰੂ ਕਰ ਦਿੱਤੀ ਜੀ। ਇੱਥੋਂ ਦੇ ਜਿਹੜੇ ਹੈਗੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਉਹਦੇ ਵੱਲ ਧਿਆਨ ਨਹੀਂ ਦਿੱਤਾ। ਵੈਂਟੀਲੇਟਰ ਜਿਹੜੇ ਹੁਣ ਆਪਾਂ ਨੂੰ ਪਤਾ ਹੀ ਹੈ PM ਕੇਅਰ ਫੰਡ ਦੇ ਵਿੱਚੋਂ ਆਏ, ਉਹਨਾਂ ਵੈਂਟੀਲੇਟਰਾਂ ਦੀ ਹਾਲਤ ਮਾੜੀ ਹੈ। ਬਿਲਕੁਲ ਜੀ। ਸੋ ਇਸ ਚੀਜ਼ ਨੇ ਪ੍ਰਧਾਨ ਮੰਤਰੀ ਦੀ ਜਿਹੜੀ ਪਾਪੂਲੈਰਿਟੀ ਹੈ ਉਹ ਪਾਪੂਲੈਰਿਟੀ ਤੇ ਕਾਫੀ ਜਿਹੜਾ ਹੈਗਾ ਮਾੜਾ ਪ੍ਰਭਾਵ ਪਾਇਆ। ਜੇ ਹੁਣ ਦੇਖੀਏ 22% ਕਿਸੇ ਬੰਦੇ ਦੀ ਪਾਪੂਲੈਰਿਟੀ ਡਾਊਨ ਹੋ ਜਾਣੀ, ਇਹ ਬੜੀ ਖਤਰਨਾਕ ਹੈ। ਔਰ ਜਿਵੇਂ ਆਪਾਂ ਬੰਗਾਲ ਦੀ ਗੱਲ ਕਰਕੇ ਹਟੇ, ਇਹੀ ਚੀਜ਼ ਦੇਖਣ ਵਾਲੀ ਹੈ ਕਿ ਜਦੋਂ 2024 ਦੇ ਵਿੱਚ ਚੋਣਾਂ ਆਉਣਗੀਆਂ, ਉਹਨਾਂ ਚੋਣਾਂ ਵੇਲੇ ਕੀ ਬਣੂ। ਇੱਕ ਕਰੋਨਾ ਤੇ ਕਰੋਨਾ ਦੇ ਨਾਲ ਨਾਲ ਮੈਂ ਅਗਲੀ ਗੱਲ ਵੀ ਕਰਨੀ ਚਾਹੂੰਗਾ ਕਿ ਜਿਹੜੀ ਕਿਸਾਨ ਐਜੀਟੇਸ਼ਨ ਹੈ ਜੀ, ਕਿਸਾਨ ਐਜੀਟੇਸ਼ਨ ਵੀ ਆਪਣੇ ਰੰਗ ਦਿਖਾ ਰਹੀ ਹੈ ਜੀ। ਭਾਵੇਂ ਪ੍ਰਧਾਨ ਮੰਤਰੀ ਔਰ ਉਹਨਾਂ ਦੀ ਸਰਕਾਰ ਹੈ ਜਿਹੜੀ ਉਹਨੇ ਇਗਨੋਰ ਕੀਤਾ ਹੋਇਆ ਪੂਰੀ ਤਰ੍ਹਾਂ ਜੀ। ਕਿਸਾਨ ਜਿਹੜੇ ਹੈਗੇ ਲੱਖਾਂ ਦੀ ਤਾਦਾਦ ਦੇ ਵਿੱਚ ਦਿੱਲੀ ਦੇ ਆਲੇ ਦੁਆਲੇ ਬੈਠੇ ਆ ਬਾਰਡਰਾਂ ਤੇ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਉਹਨਾਂ ਦੀ ਮੇਰਾ ਖਿਆਲ ਵੀ ਇੱਕ ਇਸ ਤਰ੍ਹਾਂ ਦੀ ਸਮਝ ਬਣ ਗਈ ਹੈ ਕਿ ਇਹਨਾਂ ਨੂੰ ਇਹਨਾਂ ਦੇ ਰਹਿਮ ਤੇ ਛੱਡ ਦਿੱਤੇ, ਆਪੇ ਹੌਲੀ ਹੌਲੀ ਉੱਠ ਕੇ ਚਲੇ ਜਾਣਗੇ। ਪਰ 6 ਮਹੀਨੇ ਹੋ ਗਏ ਕਿਸਾਨਾਂ ਨੇ ਜਿਹੜੀ ਪਹਿਲੇ ਦਿਨ ਤੋਂ ਗੱਲ ਕਹੀ ਸੀ ਕਿ ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ, ਉਹ ਤਾਂ ਅਸੀਂ ਰਹਾਂਗੇ ਉਦੋਂ ਬਾਅਦ ਵੀ ਪ੍ਰਬੰਧ ਕਰ ਲਾਂਗੇ। ਤੇ ਹੁਣ ਤਾਂ ਉਹਨਾਂ ਕੋਲ ਪ੍ਰਬੰਧ ਵੀ ਹੋਣਾ ਸ਼ੁਰੂ ਹੋ ਗਿਆ। ਬਿਲਕੁਲ ਜੀ। ਸੋ ਇਹ ਹੈ ਕਿ ਸਾਲ ਜਿਹੜਾ ਹੈਗਾ ਇੱਕੋ ਹੀ ਰਹਿ ਗਿਆ, ਇੱਕ ਸਾਲ ਤੋਂ ਵੀ ਘੱਟ ਰਹਿ ਗਈਆਂ ਜਿਹੜੀਆਂ ਬੜੀਆਂ ਮਹੱਤਵਪੂਰਨ ਇਲੈਕਸ਼ਨਾਂ ਆ ਰਹੀਆਂ, ਉੱਤਰਾਖੰਡ ਦੀ, ਉੱਤਰ ਪ੍ਰਦੇਸ਼ ਦੀ ਤੇ ਪੰਜਾਬ ਦੀ ਜੀ। ਇਹਨਾਂ ਤਿੰਨਾਂ ਸਟੇਟਾਂ 'ਚੋਂ ਜੇ ਆਪਾਂ ਪੰਜਾਬ ਦੇਖੀਏ ਤਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਲੇ ਕੱਖ ਵੀ ਨਹੀਂ। ਉਹ ਆਪਾਂ ਲੋਕਲ ਬਾਡੀ ਦੀਆਂ ਚੋਣਾਂ ਦੇ ਵਿੱਚ ਦੇਖ ਲਿਆ। ਤੇ ਜਿਵੇਂ ਲੋਕ ਪੈ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੁਣ ਤਾਂ ਬਾਹਰ ਨਹੀਂ ਨਿਕਲਦੇ ਰਹੇ ਜੀ। ਲੇਕਿਨ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ, ਉਹਨਾਂ ਪੰਚਾਇਤੀ ਚੋਣਾਂ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਐਨ ਪੂਰੀ ਤਰ੍ਹਾਂ ਜਿਹੜੀ ਫੱਟੀ ਪੋਚ ਦਿੱਤੀ ਹੈ ਜੀ, ਨਾਲ ਉੱਤਰਾਖੰਡ ਵੀ। ਔਰ ਇਹਦੇ ਨਾਲ ਇੱਕ ਜਿਹੜੀ ਹੋਰ ਵੱਡੀ ਗੱਲ ਹੈਗੀ ਕਿ ਜਿਸ ਢੰਗ ਦੇ ਨਾਲ ਇੱਕ ਪਾਸੇ ਲਾਕਡਾਊਨ ਕਿਹਾ ਗਿਆ,
ਦੂਜੇ ਪਾਸੇ ਜਿਹੜੀ ਹੈਗੀ ਪੰਚਾਇਤ ਚੁਣੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਬਗੈਰ ਮਾਸਕ ਤੋਂ ਭਾਸ਼ਣ ਵੀ ਕਰੀ ਜਾਂਦੇ ਹੈ, 2 ਗਜ ਦੀ ਦੂਰੀ ਦਾ ਵੀ ਗੱਲ ਕਹੀ ਜਾਂਦੇ ਹੈ। ਬਿਲਕੁਲ ਜੀ, ਅਦਾਲਤਾਂ ਨੂੰ ਵੀ ਕਹਿਣਾ ਪੈ ਗਿਆ, ਐਡੀਆਂ ਸਖਤ ਟਿੱਪਣੀਆਂ ਅਦਾਲਤਾਂ ਨੂੰ ਵੀ ਕਰਨੀਆਂ ਪੈ ਗਈਆਂ ਸੀਗੀਆਂ। ਬਿਲਕੁਲ 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 ਜੀ। ਔਰ ਇਹਦੇ ਨਾਲ ਹੀ ਜਿਹੜੀ ਕੁੰਭ ਦੇ ਮੇਲੇ ਦੀ ਇਜਾਜ਼ਤ ਦੇਣੀ ਜੀ, ਕੁੰਭ ਦੇ ਮੇਲੇ ਦੀ ਇਜਾਜ਼ਤ ਦੇਣੀ ਤੇ ਲੱਖਾਂ ਲੋਕਾਂ ਦਾ ਉੱਥੇ ਇਕੱਤਰ ਹੋਣਾ। ਹੁਣ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਰਹੇ ਕਿ ਲੋਕਾਂ ਨੂੰ ਕਿ ਤੁਸੀਂ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਕਰੋਨਾ ਨੂੰ ਫੈਲਣ ਤੋਂ ਰੋਕੋ, ਪਰ ਕਿੰਨੇ ਲੋਕ ਜਿਹੜੇ ਕੁੰਭ ਗਏ ਸੀ, ਜਿਹੜੇ ਕੁੰਭ ਤੋਂ ਲਾਗ ਲੈ ਕੇ ਆਏ ਹੈ, ਇੱਕ ਦੂਜੇ ਤੋਂ ਫੈਲਦੀ ਹੈ। ਕਹਿੰਦੇ ਵੀ ਕਰੋਨੇ ਦੀ ਬਿਮਾਰੀ ਇੱਕ ਬੰਦੇ ਤੋਂ 10 ਬੰਦਿਆਂ ਨੂੰ ਲੱਗਦੀ ਹੈ ਜੀ, ਉਹ ਕਿੰਨੀ ਫੈਲੀ ਹੋਈ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਧਾਨ ਮੰਤਰੀ ਦੀ ਫੇਵਰ 'ਚ ਨਹੀਂ ਗਈਆਂ, ਸਗੋਂ ਡਿਸਫੇਵਰ ਗਈ ਹੈ। ਇਹੀ ਕਾਰਨ ਹੈ ਕਿ ਉਹਨਾਂ ਦੀ ਪਾਪੂਲੈਰਿਟੀ ਹੈ ਜਿਹੜੀ ਡਾਊਨ ਹੋਈ ਹੈ। ਜੀ ਜੀ, ਸੋ ਇਹ ਸਨ ਅੱਜ ਦੀਆਂ ਬਹੁਤ ਮਹੱਤਵਪੂਰਨ ਖਬਰਾਂ ਜਿਨ੍ਹਾਂ ਦੇ ਉੱਪਰ ਝਾਤ ਪਾਈ ਅਤੇ ਗੱਲਬਾਤ ਕੀਤੀ ਬਖਤੌਰ ਸਿੰਘ ਢਿੱਲੋਂ ਜੀ ਨੇ। ਸੋ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਸੋ ਇਹ ਸਨ ਬਖਤੌਰ ਸਿੰਘ ਢਿੱਲੋਂ ਜੀ ਜਿਨ੍ਹਾਂ ਨੇ ਖਬਰਾਂ ਦੇ ਬਾਰੇ ਗੱਲਬਾਤ ਕੀਤੀ। ਅਤੇ ਹੁਣ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਵੱਲ ਵਧਾਂਗੇ, ਜਿਸ ਦੇ ਵਿੱਚ ਅਸੀਂ ਇੱਕ ਹੋਰ ਮਹੱਤਵਪੂਰਨ ਖਬਰ ਜੋ ਕੱਲ੍ਹ ਦੀ ਸਾਡੇ ਸਾਹਮਣੇ ਆਈ ਹੈ, ਉਹ ਹੈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਇੱਕ ਸਖਤ ਟਿੱਪਣੀ ਕੀਤੀ ਗਈ ਹੈ ਪੰਜਾਬ ਦੀ ਇੱਕ ਨਾਮਵਰ ਯੂਨੀਵਰਸਿਟੀ ਦੇ ਬਾਰੇ। ਅਤੇ ਉਹਨਾਂ ਨੇ ਉਸ ਵਿੱਚ ਇਹ ਕਿਹਾ ਕਿ ਪੰਜਾਬ ਸਰਕਾਰ ਉਸ ਯੂਨੀਵਰਸਿਟੀ ਦੀ ਜਿਹੜੀ ਹੈ ਗ੍ਰਾਂਟ ਹੈ ਉਹ ਰੋਕੇ। ਸੋ ਇਹ ਕਿਉਂ ਕਹਿਣਾ ਪੈ ਗਿਆ ਜਿਹੜਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਹੈ, ਅਸੀਂ ਇਸ ਵਿਸ਼ੇ ਦੇ ਬਾਰੇ ਵੀ ਗੱਲ ਕਰਾਂਗੇ, ਜਿਸ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਰਹਿਣਗੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਜੀ। ਇਸ ਤੋਂ ਇਲਾਵਾ ਅਸੀਂ ਕੁਝ ਹੋਰ ਵੀ ਸੱਜਣਾਂ ਨੂੰ ਅਤੇ ਮਹੱਤਵਪੂਰਨ ਸ਼ਖਸੀਅਤਾਂ ਨੂੰ ਵੀ ਫੋਨ ਲਾਈਨ ਦੇ ਉੱਤੇ ਲੈਣ ਦੀ ਕੋਸ਼ਿਸ਼ ਕਰਾਂਗੇ। ਸੋ ਉਸ ਵਿਸ਼ੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਫਿਲਹਾਲ ਦੇ ਲਈ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਣੀ ਚਾਹਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਮਿਲਦੇ ਹਾਂ ਪ੍ਰੋਗਰਾਮ ਸ਼ਮਾਦਾਨ ਦੇ ਅਗਲੇ ਹਿੱਸੇ ਵਿੱਚ। ਸ਼ਮਾਦਾਨ।